चमरटा गांठ ना जनई, लोग गठावे पनई। रहाओ आर नहीं जे तोपों, नहीं रामबी ठाऊं रोपों। लोग गांठ गांठ खरा बेगुचा, हाँ बिन गांठे जाए पहुँचा। रविदास जपै राम नामा, मोहे जम स्यों नाही कामा। रविदास जपै राम नामा, मोहे जम स्यों नाही कामा। वाहिगुरु जी का खालसा, वाहिगुरु जी की फतेह। परम सन्मान योग जुगो जुग अटल चवर छतर अते तखत दे मालक, बाणी के बोहेत सर्ब सांझीवालता दे प्रतीक शब्द गुरु, दसां ही पातशाहियां दी जोत। धन धन श्री गुरु ग्रंथ साहिब महाराज जी दी पावन पवित्र हजूरी। गुरुद्वारा दमदमा साहिब पातशाही पहली, पातशाही छेवीं महान पवित्र इतिहासक स्थान ते विराजमान और यात्रा कर रही बहुत ही मानयोग गुरु रूप साध संगत जी वडभागे हो, जो अमृत वेले दी सांभ संभाल करदियां होया नींदर आलस आदि दा तर्क त्याग करके बाकायदा उद्यमी बनदियां होया सर्दी का मुकाबला करके आप गुरु प्यार वाले गुरु चरनां विच पहुँच के अपने इष्ट गुरुदेव श्री गुरु ग्रंथ साहिब महाराज जी दे दीदार करके महाराज दे चरनां विच नमस्कार करके आप जी ने शीश पावन कीते हन। संगत जी कदम सफल होए हन जो गुरु मार्ग ते चले हन। जो जिंद अपने गुरुदेव तो घोली कीती है वो जिंद भी सफल हुई है। मानो ये पंक्तियां मूर्तिमान हो गईयां। पाम सुहावे जां तऊ तिर जुलदे, शीश सुहावा चरनी, मुख सुहावा जां तऊ जस गावे, जियो पिया तऊ शरणी। गुरु सवारियां तो गुरबाणी दे मनोहर कीर्तन श्रवण करके आप जी लाहे प्राप्त कर रहे सो सच्चे पातशाह आप सारियां संगतां दी हाज़री तिल फुल सेवा भेटा अपने दर ते प्रवान करके सबना नूं दरों करों नामदान गुरसिੱਖੀ जीवन
ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜਨ ਸੁਣਨ ਕੰਠ ਕਰਨ ਦਾ ਮਹਾਰਾਜ ਜੀ ਚਾਹ ਬਖਸ਼ਿਸ਼ ਕਰਨ। ਸੰਗਤ ਜੀ ਉਪਰੰਤ ਆਪ ਜੀ ਨੇ ਬਾਬਾ ਜੀ ਦਾ ਉਚਾਰਨ ਕੀਤਾ ਹੋਇਆ ਭਗਤ ਰਵਿਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਬੜੀ ਭਾਵਨੀ ਨਾਲ ਸਰਵਣ ਕੀਤਾ ਹੈ। ਅਸੀਂ ਬਾਬਾ ਜੀ ਦੇ 40 ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ 16 ਫਰਵਰੀ ਨੂੰ ਬਾਬਾ ਜੀ ਦਾ ਆਗਮਨ ਪੁਰਬ ਨਜ਼ਦੀਕ ਜਾਣ ਕੇ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਕਿ ਬਾਬਾ ਜੀ ਦੇ ਜਿਤਨੇ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਉਹਨਾਂ ਦੀ ਵਿਚਾਰ ਕੀਤੀ ਜਾਵੇ। ਸੋ ਇਸ ਪ੍ਰਕਾਰ ਲੜੀਵਾਰ ਆਪ ਜੀ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਵਿਚਾਰ ਸਰਵਣ ਕਰ ਰਹੇ ਹੋ। ਸੋ ਅੱਜ ਵਾਲਾ ਸ਼ਬਦ ਜਿਹੜਾ ਹੈ ਇਸ ਸ਼ਬਦ ਦੇ 3 ਪਦੇ ਹਨ। ਹਰੇਕ ਪਦੇ ਦੇ 2-2 ਤੁਕਾਂ ਹਨ ਔਰ ਇਸ ਪ੍ਰਕਾਰ ਬਹੁਤ ਹੀ ਸੰਖੇਪ ਆਕਾਰ ਦਾ ਇਹ ਪਵਿੱਤਰ ਸ਼ਬਦ ਹੈ। ਸੋ ਇਸ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਮੈਂ ਤੁੱਛ ਬੁੱਧੀ ਅਨੁਸਾਰ ਕੁਝ ਬੇਨਤੀਆਂ ਕਰਾਂ। ਸ਼ੁਰੂਆਤ ਵਿੱਚ ਰੋਜ਼ਾਨਾ ਦੀ ਤਰ੍ਹਾਂ ਸਨਿਮਰ ਬੇਨਤੀ ਹੈ, ਆਪ ਜੀ ਰੋਜ਼ ਹੀ ਕਿਰਪਾ ਕਰਦੇ ਹੋ, ਆਸ਼ੀਸ਼ ਬਖਸ਼ਿਸ਼ ਕਰਦੇ ਹੋ ਜੀ। ਸੋ ਆਓ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਸ਼ੀਸ਼ ਬਖਸ਼ਿਸ਼ ਕਰੋ, ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨੀ। ਜਿਤਨੇ ਵੀ ਸਰੀਰ ਗੁਰੂ ਚਰਨਾਂ ਵਿੱਚ ਜਾਂ ਘਰਾਂ ਵਿੱਚ SMZ ਨਿਊਜ਼ ਰਾਹੀਂ ਜੁੜੇ ਹੋ, ਆਓ ਰਸਨਾ ਪਵਿੱਤਰ ਕਰੋ ਤੇ ਸਾਰੀ ਸੰਗਤ ਪਿਆਰ ਨਾਲ ਇਕੱਠੇ ਹੋ ਕੇ ਉਚਾਰਨ ਕਰੋ ਤੇ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਸਤ ਸੰਗਤ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਰਥ ਜੋ ਕੀਤੇ, ਜਿਸ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਕਹਿੰਦੇ ਹਾਂ, ਬਹੁਤ ਹੀ ਨਾਯਾਬ ਤਰੀਕੇ ਨਾਲ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅਰਥ ਕੀਤੇ ਨੇ। ਕੌਮ ਵਿੱਚ ਬਹੁਤ ਮਕਬੂਲ ਹਨ। ਇੱਥੋਂ ਤੱਕ ਵੀ ਜਦੋਂ ਆਪ ਜੀ ਆਪਣੇ TV ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਕਥਾ ਸੁਣਦੇ ਹੋ ਤੇ ਕਦੀ-ਕਦੀ ਉੱਥੇ ਕੈਮਰੇ ਵਾਲਾ ਮੁੱਖ ਵਾਕ ਦੇ ਉੱਤੇ ਵੀ ਕੈਮਰੇ ਦੀ ਰੋਸ਼ਨੀ ਪਾਉਂਦਾ ਹੈ। ਉਹ ਜਿਹੜੇ ਪਹਿਲੀਆਂ ਸਤਰਾਂ ਦੇ ਅਰਥ ਲਿਖੇ ਹੁੰਦੇ ਨੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਪ੍ਰੋਫੈਸਰ ਸਾਹਿਬ ਸਿੰਘ ਵਾਲੇ ਸਟੀਕ ਵਿੱਚੋਂ ਹੀ ਲਿਖੇ ਹੁੰਦੇ ਨੇ, ਕਿਉਂਕਿ ਉਹ ਸਟੀਕ ਮਕਬੂਲ ਹੋ ਗਿਆ ਹੈ, ਪੰਥ ਨੇ ਉਸ ਨੂੰ ਪ੍ਰਵਾਨ ਕਰ ਲਿਆ ਹੈ। ਬੜੇ ਹੀ ਨਾਯਾਬ ਤਰੀਕੇ ਨਾਲ ਕੀਤੇ ਨੇ। ਤੋ ਸਤ ਸੰਗਤ, ਅੱਜ ਦਾ ਜਿਹੜਾ ਪਵਿੱਤਰ ਸ਼ਬਦ ਹੈ, ਇਸ ਸ਼ਬਦ ਦੀ ਭੂਮਿਕਾ ਵਿੱਚ ਥੋੜੇ ਜਿਹੇ ਬਚਨ ਪ੍ਰੋਫੈਸਰ ਸਾਹਿਬ ਨੇ ਲਿਖੇ ਨੇ ਜਿਹੜੇ ਬੜੇ ਧਿਆਨ ਨਾਲ ਸੁਣਨ ਵਾਲੇ ਨੇ। ਆਪ ਜੀ ਕਹਿੰਦੇ ਨੇ ਸ਼ਬਦ ਨੂੰ ਸਮਝਣ ਲਈ ਕਿ ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ। ਬਨਾਰਸ ਬਾਰੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸਨਾਤਨ ਮਤ, ਹਿੰਦੂ ਮਤ ਦਾ ਬਹੁਤ ਹੀ ਅਹਿਮ ਧਾਰਮਿਕ ਸਥਾਨ ਹੈ। ਪੁਰਾਣੀਆਂ ਸਾਖੀਆਂ ਵੀ ਇਹਦੇ ਨਾਲ ਜੁੜੀਆਂ ਨੇ ਵੀ ਬਿਆਸ ਵਰਗੇ ਜਾਂ ਵੱਡੇ ਵੱਡੇ ਹੋਰ ਰਿਸ਼ੀ ਮੁਨੀ ਇਸ ਨਗਰ ਵਿੱਚ ਰਹਿੰਦੇ ਰਹੇ, ਧਰਮ ਦਾ ਪ੍ਰਚਾਰ ਕਰਦੇ ਰਹੇ। ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਬੜਾ ਭਾਰਾ ਕੇਂਦਰ ਚੱਲਿਆ ਆ ਰਿਹਾ ਹੈ। ਇਹ ਸ਼ਬਦ ਦੀ ਭੂਮਿਕਾ ਜਿਹੜੀ ਹੈ, ਇਸ ਸ਼ਬਦ ਨੂੰ ਸਮਝਣ ਵਿੱਚ ਸਹਾਈ ਹੋਵੇਗੀ, ਉਹ ਮੈਂ ਤੁਹਾਡੇ ਚਰਨਾਂ 'ਚ ਅਰਜ਼ ਕਰ ਰਿਹਾ। ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ ਤੇ ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚੱਲਿਆ ਆ ਰਿਹਾ ਹੈ।
ਬ੍ਰਾਹਮਣਾਂ ਦੀ ਅਗਵਾਈ ਵਿੱਚ ਇੱਥੇ ਮੂਰਤੀ ਪੂਜਾ ਦਾ ਜ਼ੋਰ ਹੋਣਾ ਵੀ ਕੁਦਰਤੀ ਗੱਲ ਸੀ। ਇੱਕ ਪਾਸੇ ਉੱਚੀ ਕੁੱਲ ਦੇ ਵਿਦਵਾਨ ਲੋਕ ਮੰਦਰਾਂ ਵਿੱਚ ਜਾ ਜਾ ਕੇ ਮੂਰਤੀਆਂ ਪੂਜਣ ਤੇ ਦੂਜੇ ਪਾਸੇ ਇੱਕ ਬੜੀ ਨੀਵੀਂ ਜਾਤ ਦਾ ਕੰਗਾਲ ਤੇ ਗਰੀਬ ਰਵਿਦਾਸ ਇੱਕ ਪ੍ਰਮਾਤਮਾ ਦੇ ਸਿਮਰਨ ਦਾ ਹੋਕਾ ਦੇ। ਉੱਚ ਜਾਤੀਏ ਬ੍ਰਾਹਮਣ ਤੇ ਮੂਰਤੀਆਂ ਪੂਜਣ, ਲੋਕ ਉਹਨਾਂ ਨੂੰ ਪੂਜਣ। ਤੇ ਭਗਤ ਰਵਿਦਾਸ ਜੀ ਬਾਰੇ ਆਪ ਜੀ ਕਹਿੰਦੇ ਵੀ ਇੱਕ ਪਾਸੇ ਬੜੀ ਨੀਵੀਂ ਜਾਤ ਦਾ ਕੰਗਾਲ ਤੇ ਗਰੀਬ ਰਵਿਦਾਸ, ਉਹ ਪਰਮਾਤਮਾ ਦੇ ਨਾਮ ਦਾ ਹੋਕਾ ਦੇਵੇ। ਇੱਕ ਅਜੀਬ ਜੀ ਖੇਡ ਬਨਾਰਸ ਵਿੱਚ ਚੱਲ ਰਹੀ ਸੀ। ਬ੍ਰਾਹਮਣਾਂ ਦਾ ਚਮਾਰ ਰਵਿਦਾਸ ਨੂੰ ਉਸ ਦੀ ਨੀਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖੌਲ ਕਰਨਾ ਵੀ ਇੱਕ ਸਧਾਰਨ ਗੱਲ ਸੀ। ਜਦੋਂ ਕਿਸੇ ਨਾਲ ਨਾ ਬਣੇ ਫਿਰ ਉਸ ਦੀ ਕਿਸੇ ਇੱਕ ਅੱਧੀ ਗੱਲ ਨੂੰ ਲੈ ਕੇ ਉਹਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿੱਚ ਵੇਖੀ ਜਾ ਸਕਦੀ, ਅੱਜ ਵੀ ਵੇਖੀ ਜਾ ਸਕਦੀ ਹੈ। ਇਸ ਸ਼ਬਦ ਵਿੱਚ ਰਵਿਦਾਸ ਜੀ ਲੋਕਾਂ ਦੇ ਇਸ ਮਖੌਲ ਦਾ ਉੱਤਰ ਦਿੰਦੇ ਹਨ, ਖਾਸ ਕਰਕੇ ਬ੍ਰਾਹਮਣਾਂ ਦੇ ਮਖੌਲ ਦਾ, ਜਿਹੜੇ ਉਹਨਾਂ ਨੂੰ ਜਾਤੀਵਾਚਕ ਸ਼ਬਦਾਂ ਨਾਲ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੇ ਸਨ। ਔਰ ਜਾਤੀਵਾਚਕ ਸ਼ਬਦਾਂ ਦੇ ਨਾਲ ਮੁਖਾਤਬ ਹੋਣਾ, ਨੀਵਾਂ ਵਿਖਾਣ ਦੀ ਕੋਸ਼ਿਸ਼ ਕਰਨੀ, ਔਰ ਇਹ ਸਿਲਸਿਲਾ ਲੰਮੇ ਸਮੇਂ ਤੱਕ ਚੱਲਦਾ ਰਿਹਾ। ਲੋਕ ਉੱਚੀਆਂ ਕੁੱਲਾਂ ਦੇ ਹੋ ਕੇ ਵੀ ਚਮਾਰ ਬਣੇ ਪਏ ਨੇ। ਇਸ ਸ਼ਬਦ ਵਿੱਚ ਬਾਬਾ ਜੀ ਕਹਿੰਦੇ ਨੇ, ਤੁਸੀਂ ਮੈਨੂੰ ਚਮਾਰ ਕਹਿੰਦੇ ਹੋ, ਤੁਹਾਡੀਆਂ ਕੁੱਲਾਂ ਉੱਚੀਆਂ ਨੇ, ਜਾਤਾਂ ਉੱਚੀਆਂ ਨੇ, ਪਾਤਾਂ ਉੱਚੀਆਂ ਨੇ, ਪਰ ਤੁਸੀਂ ਵੀ ਚਮਾਰ ਬਣੇ ਪਏ ਹੋ। ਇਹ ਜਿਸਮ ਮਾਨੋ ਇੱਕ ਜੁੱਤੀ ਹੈ। ਸੰਗਤ ਜੀ, ਜੁੱਤੀ ਕਾਹਦੀ ਹੁੰਦੀ ਹੈ? ਚਮੜੇ ਦੀ। ਹੁਣ ਤੇ ਵੇਖੋ ਨਾ, ਬੜੇ ਰਾ ਮਟੀਰੀਅਲ ਆ ਗਏ ਨੇ ਜੋੜੇ ਬਣਾਉਣ ਲਈ, ਬੜੀ ਕਿਸਮ ਦਾ ਰਾ ਮਟੀਰੀਅਲ ਹੈ। ਅੱਖਾਂ ਨੂੰ ਭੁਲੇਖਾ ਪਾਉਣ ਵਾਸਤੇ ਚਮੜੇ ਨਾਲ, ਲੈਦਰ ਨਾਲ ਮਿਲਦੇ ਜੁਲਦੇ ਕਈ ਮੈਟਰ ਨੇ, ਪਰ ਪਿਓਰ ਲੈਦਰ ਦਾ ਜਿਹੜਾ ਜੋੜਾ ਹੈ, ਜੁੱਤੀ ਹੈ, ਕੋਈ ਹੋਰ ਰਾ ਮਟੀਰੀਅਲ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਕਿਉਂਕਿ ਕਦੀ ਤੁਸੀਂ ਮਹਿਸੂਸ ਕੀਤਾ ਹੋਵੇ ਜਾਂ ਨਾ, ਜੇ ਪਿਓਰ ਲੈਦਰ ਦੀ ਜੁੱਤੀ ਪਾਈ ਹੈ ਪੈਰਾਂ ਦੇ ਵਿੱਚ, ਤੇ ਗਰਮੀ ਵਿੱਚ ਗਰਮੀ ਦਾ ਮੁਕਾਬਲਾ ਕਰੇਗੀ, ਸਰਦੀ ਵਿੱਚ ਸਰਦੀ ਦਾ ਮੁਕਾਬਲਾ ਕਰੇਗੀ। ਇਹ ਵੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ, ਕਿਉਂਕਿ ਉਹ ਨੈਚੁਰਲ ਮੈਟਰ ਹੈ, ਉਹ ਆਰਟੀਫਿਸ਼ੀਅਲ ਨਹੀਂ ਹੈ, ਉਹ ਕਿਸੇ ਨੇ ਬਣਾਇਆ ਨਹੀਂ ਹੈ, ਉਹ ਕੁਦਰਤ ਨੇ ਬਣਾਇਆ ਹੈ, ਉਹਦੀ ਆਪਣੀ ਬਾਤ ਹੈ। ਚਮੜੇ ਦਾ ਮੁਕਾਬਲਾ ਹੋਰ ਚੀਜ਼ਾਂ ਨਹੀਂ ਕਰ ਸਕਦੀਆਂ। ਔਰ ਜੁੱਤੀ ਕਾਹਦੀ ਬਣਦੀ ਹੈ? ਚਮੜੇ ਦੀ। ਮਜ਼ਾਕ ਇਸ ਕਰਕੇ ਕਰਦੇ ਨੇ ਵੀ ਤੂੰ ਤੇ ਮਰੇ ਹੋਏ ਪਸ਼ੂਆਂ ਦਾ ਖਲੜੀ ਉਤਾਰਨਾ ਹੈ, ਤਿਆਰ ਕਰਨਾ ਹੈ, ਤੇ ਜੁੱਤੀਆਂ ਬਣਾਉਣਾ ਹੈ, ਜੁੱਤੀਆਂ ਗੰਢਣਾ ਹੈ। ਤੇ ਭਗਤ ਜੀ ਕਹਿੰਦੇ ਵੀ ਤੁਸੀਂ ਵੀ ਤੇ ਚਮਾਰ ਹੋ, ਤੁਸੀਂ ਵੀ ਤੇ ਜੁੱਤੀ ਗੰਢਦੇ ਹੋ। ਸਾਡਾ ਸਰੀਰ ਕਾਹਦਾ ਸੰਗਤ ਜੀ? ਚਮੜੇ ਦਾ। ਅਸੀਂ ਸਾਰੀ ਉਮਰ ਇਸੇ ਨੂੰ ਗੰਢਣ ਵਿੱਚ ਲੱਗੇ ਰਹਿੰਦੇ ਹਾਂ। ਜਿਵੇਂ ਜੁੱਤੀ ਨੂੰ ਗੰਢੀਦਾ ਹੈ, ਇਸੇ ਤਰ੍ਹਾਂ ਅਸੀਂ ਸਰੀਰ ਨੂੰ ਗੰਢਦੇ ਹਾਂ, ਖੁਰਾਕਾਂ ਦੇ ਦੇ ਕੇ, ਦਵਾਈਆਂ ਦੇ ਦੇ ਕੇ, ਚੰਗੇ ਬਸਤਰ ਦੇ ਦੇ ਕੇ, ਖੁਰਾਕ ਦੇ ਦੇ ਕੇ। ਗੰਢਨੇ ਤੇ ਅਸੀਂ ਵੀ ਜੁੱਤੀ ਹੋਈਆਂ। ਤਾਂ ਬਾਬਾ ਜੀ ਇਸ ਸ਼ਬਦ ਵਿੱਚ ਮੈਸੇਜ ਦਿੰਦੇ ਨੇ ਵੀ ਤੁਸੀਂ ਮੈਨੂੰ ਜਾਤੀਵਾਚਕ ਸ਼ਬਦਾਂ ਨਾਲ ਮੁਖਾਤਬ ਹੁੰਦੇ ਹੋ, ਤੇ ਮੈਂ ਚਮੜੇ ਦਾ ਕੰਮ ਕਰਨਾ, ਇਸ ਲਈ ਚਮਾਰ ਕਹਿੰਦੇ ਹੋ। ਤੁਸੀਂ ਵੀ ਚਮੜੇ ਨੂੰ ਹੀ ਸਵਾਰਨ ਵਿੱਚ ਲੱਗੇ ਹੋਏ ਹੋ, ਲਿਹਾਜ਼ਾ ਤੁਸੀਂ ਵੀ ਚਮਾਰ ਹੋ। ਉਹ ਬੜੇ ਨਿਸ਼ੰਗ ਹੋ ਕੇ ਕਹਿੰਦੇ ਨੇ। ਗਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਗੰਢਾਉਂਦਾ ਹੈ, ਜੇ ਬਹੁਤਾ ਚਿਰ ਕੰਮ ਦੇ ਜਾਏ। ਸੰਗਤ ਜੀ, ਹੁਣ ਤੇ ਸਮਾਂ ਨਹੀਂ ਰਿਹਾ। ਮੇਰੀ ਸੰਭਾਲ ਵਿੱਚ ਕਈ ਵਾਰਾਂ ਸਿਆਣਿਆਂ ਨੇ ਜੁੱਤੀਆਂ ਇਕੱਠੀਆਂ ਕਰਕੇ ਦੇਣੀਆਂ, ਝੋਲੇ 'ਚ ਪਾ ਕੇ, ਵੀ ਜਾ ਮੋਚੀ ਕੋਲ ਲੈ ਜਾ, ਗੰਢਾ ਕੇ ਲਿਆ। ਉਹਨੇ ਆਖਣਾ ਰੱਖ ਜਾ, ਰਸ਼ ਬੜਾ। 5-7 ਦਿਨ ਬਾਅਦ, 2-4 ਦਿਨ ਬਾਅਦ ਜਾਂ ਮੈਂ ਦੇ ਆਵਾਂਗਾ ਜਾਂ ਤੁਸੀਂ ਲੈ ਜਾਇਓ। ਲੋਕ ਜੁੱਤੀਆਂ ਗੰਢਾਉਂਦੇ ਸਨ। ਇਹ ਨਹੀਂ ਵੀ ਜੁੱਤੀ ਟੁੱਟ ਗਈ ਹੈ ਤੇ ਸੁੱਟ ਦੇਣੀ ਹੈ। ਜੁੱਤੀ ਦੀ ਮੁਰੰਮਤ ਕਰਾ ਕੇ, ਰਿਪੇਅਰ ਕਰਾ ਕੇ ਵੀ ਉਹਨੂੰ ਯੂਜ਼ ਕਰਨਾ। ਕੌਣ ਕਰਦਾ ਇਸ ਤਰ੍ਹਾਂ? ਮੈਨੂੰ ਖਿਮਾ ਕਰਨਾ, ਮਾਤੜ ਧਮਾਤੜੀ ਕਰਦੇ ਨੇ, ਗਰੀਬ ਕਰਦੇ ਨੇ। ਅਮੀਰ ਤੇ ਇਹ ਉਡੀਕ ਕਰਦਾ ਵੀ ਮੇਰੀ ਜੁੱਤੀ ਕਦੋਂ ਟੁੱਟੇ ਤੇ ਮੈਂ ਨਵੀਂ ਜੁੱਤੀ ਲਵਾਂ।
ਹੁਣ ਜਿਸ ਤਰ੍ਹਾਂ ਇੱਕ ਗਰੀਬ ਬੰਦਾ ਜੁੱਤੀ ਨੂੰ ਗੰਢਾਉਂਦਾ ਏ ਬਹੁਤਾ ਚਿਰ ਕੰਮ ਦੇ ਜਾਏ, ਇਸੇ ਤਰ੍ਹਾਂ ਮਾਇਆ ਦੇ ਮੋਹ ਵਿੱਚ ਫਸੇ ਹੋਏ ਬੰਦੇ ਚਾਹੇ ਉਹ ਉੱਚੀ ਕੁੱਲ ਦੇ ਵੀ ਹੋਣ, ਇਸ ਸਰੀਰ ਨੂੰ ਗਾਂਢੇ ਲਾਉਣ ਲਈ ਦਿਨ ਰਾਤ ਇਸੇ ਦੀ ਪਾਲਣਾ ਵਿੱਚ ਜੁਟੇ ਰਹਿੰਦੇ ਨੇ ਤੇ ਪ੍ਰਭੂ ਨੂੰ ਵਿਸਾਰ ਕੇ ਖੁਆਰ ਹੁੰਦੇ ਹਨ। ਜਿਵੇਂ ਚਮਿਆਰ ਜੁੱਤੀ ਗੰਢਦਾ ਹੈ, ਤਿਵੇਂ ਮਾਇਆ ਗ੍ਰਸਿਆ ਜੀਵ ਸਰੀਰ ਨੂੰ ਸਦਾ ਚੰਗੀਆਂ ਚੰਗੀਆਂ ਖੁਰਾਕਾਂ, ਚੰਗੀਆਂ ਚੰਗੀਆਂ ਪੁਸ਼ਾਕਾਂ, ਦਵਾਈਆਂ ਆਦਿਕ ਦੇ ਗਾਂਢੇ ਤਰੋਪੇ ਲਾਉਂਦਾ ਹੈ, ਜੋ ਸਾਰਾ ਜਗਤ ਹੀ ਚਮਾਰ ਬਣਿਆ ਪਿਆ। ਪਰ ਰਵਿਦਾਸ ਜੀ ਆਖਦੇ ਹਨ, ਮੈਂ ਮੋਹ ਮੁਕਾ ਕੇ ਸਰੀਰ ਦੇ ਗਾਂਢੇ ਤੋਪੇ ਲਾਉਣੇ ਛੱਡ ਬੈਠਾ ਹਾਂ ਔਰ ਮੈਂ ਲੋਕਾਂ ਵਾਂਗ ਦਿਨ ਰਾਤ ਸਰੀਰ ਦੇ ਆਰ ਵਿੱਚ ਨਹੀਂ ਰਹਿੰਦਾ। ਮੈਂ ਪ੍ਰਭੂ ਦਾ ਨਾਮ ਸਿਮਰਨਾ ਆਪਣਾ ਮੁੱਖ ਧਰਮ ਬਣਾਇਆ ਹੈ, ਤਾਂਹੀਓ ਮੈਨੂੰ ਕਿਸੇ ਜਮ ਆਦਿਕ ਦਾ ਡਰ ਨਹੀਂ ਹੈ। ਹੁਣ ਉਹ ਗੱਲ ਸ਼ੁਰੂ ਕਰਦੇ ਨੇ, ਚਮਰਟਾ ਗਾਂਠ ਨਾ ਜਣਈ। ਇੱਕ ਤੇ ਹੋ ਗਿਆ ਚਮਾਰ ਸ਼ਬਦ, ਆਪ ਜੀ ਚਮਰਟਾ ਕਹਿੰਦੇ ਨੇ। ਚਮਰਟਾ ਮੀਨਜ਼ ਗਰੀਬ ਜਿਹਾ ਚਮੜੇ ਦਾ ਕੰਮ ਕਰਨ ਵਾਲਾ। ਮੈਂ ਗਰੀਬ ਹਾਂ, ਨਿਮਾਣਾ ਹਾਂ, ਮੈਂ ਤੇ ਜੁੱਤੀ ਗੰਢ ਨਹੀਂ ਜਾਣਦਾ ਹੀ ਨਹੀਂ। ਤੁਸੀਂ ਮੈਨੂੰ ਕਹਿੰਦੇ ਹੋ ਤੂੰ ਜੁੱਤੀਆਂ ਗੰਢਣਾ, ਪਰ ਜਿਹੜੀ ਜੁੱਤੀ ਤੁਸੀਂ ਗੰਢਦੇ ਹੋ ਨਾ, ਸਰੀਰ ਰੂਪੀ ਜੁੱਤੀ, ਮੈਨੂੰ ਉਹ ਗੰਢਣੀ ਆਉਂਦੀ ਹੀ ਨਹੀਂਗੀ। ਮੈਂ ਕਦੀ ਸਰੀਰ ਰੂਪੀ ਜੁੱਤੀ ਦੀ ਪਰਵਾਹ ਹੀ ਨਹੀਂ ਕੀਤੀ। ਹਾਂ, ਮੈਨੂੰ ਇੱਕ ਪਰਵਾਹ ਹੈ ਵੀ ਜਿੰਨਾ ਚਿਰ ਇਹ ਸਰੀਰ ਮੇਰੇ ਕੋਲ ਹੈ ਉਹਨਾਂ ਚਿਰ ਮੈਂ ਇਹਦਾ ਸਦਉਪਯੋਗ ਕਰਨਾ ਹੈ, ਵੱਧ ਤੋਂ ਵੱਧ ਬਾਣੀ ਪੜ੍ਹਨੀ ਹੈ, ਵੱਧ ਤੋਂ ਵੱਧ ਸਿਮਰਨ ਕਰਨਾ ਹੈ, ਵੱਧ ਤੋਂ ਵੱਧ ਸੇਵਾ ਕਰਨੀ ਹੈ। ਮੈਂ ਇਹਨੂੰ ਬਹੁਤ ਲੰਬਾ ਚਲਾਉਣ ਦੀ ਟੈਨਸ਼ਨ ਨਹੀਂ ਲੈਂਦਾ। ਮੈਂ ਇਹ ਫਿਕਰ ਜ਼ਰੂਰ ਕਰਨਾ ਵੀ ਜਿੰਨਾ ਚਿਰ ਮੇਰੇ ਕੋਲ ਹੈ ਮੈਂ ਇਹਦਾ ਸਦਉਪਯੋਗ ਕਰਨਾ, ਦੁਰਉਪਯੋਗ ਨਹੀਂ ਕਰਨਾ। ਤੁਸੀਂ ਇਹਨੂੰ ਲੰਮਾ ਚਲਾਉਣਾ ਚਾਹੁੰਦੇ ਹੋ, ਪਰ ਇਹਦੇ ਤੋਂ ਕੰਮ ਕੋਈ ਲੈਂਦੇ ਹੀ ਨਹੀਂ। ਨਾ ਬਾਣੀ ਪੜ੍ਹਦੇ ਹੋ, ਨਾ ਸਿਮਰਨ ਕਰਦੇ ਹੋ, ਨਾ ਸੇਵਾ ਕਰਦੇ ਹੋ, ਨਾ ਸੰਗਤ ਵਿੱਚ ਬਹਿੰਦੇ ਹੋ। ਮੈਂ ਤੇ ਕਦੀ ਇਸ ਜੁੱਤੀ ਨੂੰ ਗਾਂਢੇ ਲਾਏ ਕੋ ਨਹੀਂ ਗੇ। ਚਮਰਟਾ ਗਾਂਠ ਨਾ ਜਨਈ, ਲੋਗ ਗਠਾਵੇਂ ਪਨਹੀ। ਲੋਕ ਆਪਣੀਆਂ ਸਰੀਰ ਰੂਪੀ ਜੁੱਤੀਆਂ ਨੂੰ ਵੈਦਾਂ ਕੋਲ ਜਾ ਜਾ ਕੇ ਗੰਢਾਉਂਦੇ ਨੇ। ਸਵੇਰ ਤੋਂ ਸ਼ਾਮ ਤੱਕ ਮੈਨੂ ਬਣੇ ਹੋਏ ਨੇ, ਵਜਨ ਘਟਾਣਾ ਹੈ ਤੇ ਆਹ ਲਵੋ, ਸਕਿਨ ਨੂੰ ਵਧੀਆ ਰੱਖਣਾ ਹੈ ਤੇ ਇੰਨੀ ਵਾਰਾਂ ਪਾਣੀ ਪੀਓ, ਫਲਾਣਾ ਸਲਾਦ ਲਵੋ, ਫਲਾਣਾ ਡਰਾਈ ਫਰੂਟ ਲਵੋ। ਮੈਂ ਤੇ ਇੱਕ ਵਾਰੀ ਰੁੱਖਾ ਮਿੱਸਾ ਖਾ ਕੇ ਚੌਂਕ ਚਾ ਕੇ ਟੁੱਟੀਆਂ ਜੁੱਤੀਆਂ ਲੈ ਕੇ ਬਹਿ ਜਾਣਾ। ਸਾਰਾ ਦਿਨ ਉਹਨਾਂ ਨੂੰ ਸਾਫ਼ ਕਰ ਕਰਕੇ, ਝਾੜ ਝਾੜ ਕੇ, ਗੰਢ ਗੰਢ ਕੇ, ਪਾਲਸ਼ਾਂ ਮਾਰ ਮਾਰ ਕੇ ਤੇ ਲੋਕਾਂ ਦੇ ਚਰਨਾਂ ਵਿੱਚ ਪਵਾ ਕੇ ਸੇਵਾ ਕਰਨਾ ਵਾ। ਮੈਂ ਤੇ ਸਰੀਰ ਰੂਪੀ ਜੁੱਤੀ ਨੂੰ ਗੰਢਣ ਦਾ ਫਿਕਰ ਹੀ ਕੋਈ ਨਹੀਂ ਕਰਦਾ। ਇਹ ਫਿਕਰ ਤੇ ਤੁਸੀਂ ਕਰਦੇ ਹੋ। ਫਿਰ ਦੱਸੋ ਕਹਾਂ ਚਮਾਰ ਮੈਂ ਆ ਕਿ ਤੁਸੀਂ ਹੋ? ਤੇ ਸਾਰਿਆਂ ਦੀਆਂ ਗਰਦਨਾਂ ਨੀਵੀਆਂ ਹੋ ਗਈਆਂ। ਆਖਣ ਲੱਗੇ ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕਰ ਰਹੇ ਹੋ ਨਾ, ਉਸ ਹਿਸਾਬ ਨਾਲ ਵੱਡੇ ਚਮਾਰ ਅਸੀਂ ਹੋਈਆਂ, ਤੁਸੀਂ ਨਹੀਂ। ਚਮਰਟਾ ਗਾਂਠ ਨਾ ਜਨਈ, ਲੋਗ ਗਠਾਵੇਂ ਪਨਹੀ। ਸਰੀਰ ਰੂਪੀ ਜੁੱਤੀ ਨੂੰ ਲੋਕ ਗੰਢਾਉਂਦੇ ਨੇ। ਬਾਣੀ ਚ ਹਜ਼ੂਰ ਕਹਿੰਦੇ ਨੇ, ਰੇ ਨਰ ਕਾਹੇ ਪਪੋਰੋ ਦੇਹੀ, ਬਿਨ ਸਜਾਏ ਗੋ ਧੂਮ ਬਾਦਰੋ, ਇੱਕ ਭਾਜੋ ਰਾਮ ਸਨੇਹੀ। ਐ ਮਨੁੱਖ, ਇਹ ਸਰੀਰ ਰੂਪੀ ਜੁੱਤੀ ਨੂੰ ਕਿਉਂ ਪਪੋਲਦਾ ਰਹਿਣਾ ਹੈ, ਪਲੋਸਦਾ ਰਹਿਣਾ ਹੈ? ਜਿਵੇਂ ਧੂੰ ਦਾ ਪਹਾੜ ਹੁੰਦਾ ਹੈ, ਦਿਸਦਾ ਬਹੁਤ ਵੱਡਾ ਹੈ, ਅਸਲੀਅਤ ਕੁਛ ਨਹੀਂ ਹੁੰਦੀ। ਇਹ ਤੇਰੇ ਸਰੀਰ ਦਾ ਵੀ ਇਹੀ ਹਾਲ ਹੈ, ਬਿਨਸ ਜਾਏਗਾ। ਜਿਹੜਾ ਕੰਮ ਕਰਨਾ ਹੈ ਉਹ ਵੀ ਕਰ ਲੈ, ਹਰ ਵਕਤ ਸਰੀਰ ਦੇ ਆਰ ਵਿੱਚ ਹੀ ਲੱਗਾ ਰਹਿਣਾ। ਅਸੀਂ ਕਦੀ ਸਵੈ ਪੜਚੋਲ ਨਹੀਂ ਕੀਤੀ, ਆਤਮ ਮੰਥਨ ਨਹੀਂ ਕੀਤਾ। ਜੇ ਅਸੀਂ ਕਰੀਏ ਤੇ ਨਤੀਜਾ ਇਹ ਨਿਕਲੇਗਾ ਵੀ ਸਾਡੀ ਸਵੇਰ ਤੋਂ ਸ਼ਾਮ ਤੱਕ ਔਰ ਜਨਮ ਤੋਂ ਮੌਤ ਤੱਕ ਸਾਰੀ એનર્ਜੀ ਸਰੀਰ ਨੂੰ ਸਵਾਰਨ ਵਿੱਚ ਹੀ ਲੱਗ ਜਾਂਦੀ ਹੈ। ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਨਾ। ਸਰੀਰ ਨੂੰ ਸਵਾਰਨਾ ਬੁਰੀ ਗੱਲ ਨਹੀਂ, ਇਹਨੂੰ ਪਾਲਣਾ। ਪਰ ਕੋਈ ਬੰਦਾ ਕੋਈ ਨਿਊ ਮਾਡਲ ਮੋਟਰ ਲੈ ਆਵੇ ਔਰ ਉਹਨੂੰ ਲੈ ਜਾਏ ਏਜੰਸੀ ਵਿੱਚ, ਉਹਦੀ ਸਰਵਿਸ ਕਰਾ ਲਿਆਵੇ, ਫਿਰ ਲਿਆ ਕੇ ਵਿਹੜੇ 'ਚ ਖੜੀ ਕਰਦਾ ਹੈ, 3-4 ਵਾਰਾਂ ਦਿਹਾੜੀ 'ਚ ਧੋਵੇ, ਪੂੰਝੇ, ਤੇ ਫਿਰ ਉਹਦੇ ਕੋਲ ਕੁਰਸੀ ਢਾ ਕੇ ਬਹਿ ਕੇ ਉਹਨੂੰ ਵੇਖੀ ਜਾਏ। ਚੌਥੇ ਪੰਜਵੇਂ ਦਿਨ ਫਿਰ ਸਰਵਿਸ ਕਰਾਉਣ ਲੈ ਜਾਏ, ਉਹਦੇ ਤੇ ਚੜ੍ਹ ਕੇ ਕਿਤੇ ਜਾਏ ਹੀ ਨਾ, ਸਫ਼ਰ ਕਰੇ ਹੀ ਨਾ, ਕੰਮ ਲਵੇ ਹੀ ਨਾ। ਫਿਰ ਉਹ ਵਹੀਕਲ ਕਿਹੜੇ ਕੰਮ ਹੈ? ਠੀਕ ਹੈ, ਉਹਦੀ ਟਾਈਮਲੀ ਸਰਵਿਸ ਕਰਾਣੀ ਹੈ, ਉਹਨੂੰ ਥੋੜ੍ਹਾ ਬਹੁਤਾ ਸਾਫ਼ ਸੁਥਰਾ ਕਰਨਾ ਹੈ, ਉਹਦੀ ਹਿਫਾਜ਼ਤ ਕਰਨੀ ਹੈ, ਪਰ ਉਹਦਾ ਪ੍ਰਯੋਜਨ ਉਹਦੇ ਤੇ ਚੜ੍ਹ ਕੇ ਆਪਣੇ ਡੈਸਟੀਨੇਸ਼ਨ ਤੇ ਪਹੁੰਚਣਾ, ਨਾ ਕਿ ਉਹਨੂੰ ਸਵਾਰੀ ਜਾਣਾ। ਸਰੀਰ ਵੀ ਆਤਮਾ ਦਾ ਇੱਕ ਵਹੀਕਲ ਹੈ, ਇਹਦਾ ਅਸੀਂ ਧਿਆਨ ਰੱਖਣਾ ਹੈ। ਪਰ ਧਿਆਨ ਕਾਹਦੇ ਲਈ ਰੱਖਣਾ ਹੈ?
ਤਾਂ ਕਿ ਇਹਦੇ ਤੋਂ ਕੰਮ ਲੈ ਸਕੀਏ। ਤੇ ਜੇ ਸੰਗਤ ਜੀ ਕੰਮ ਨਹੀਂ ਲਿਆ ਤੇ ਫਿਰ ਧਿਆਨ ਰੱਖਣ ਦਾ ਵੀ ਕੀ ਫਾਇਦਾ। ਅਸੀਂ ਇਹਦੇ ਕੋਲੋਂ ਸੇਵਾ ਦਾ ਕੰਮ ਲਈਏ, ਸਿਮਰਨ ਦਾ ਕੰਮ ਲਈਏ, ਬਾਣੀ ਪੜ੍ਹਨ ਦਾ ਕੰਮ ਲਈਏ। ਜਿਸ ਤਰ੍ਹਾਂ ਆਪ ਗੁਰੂ ਪਿਆਰ ਵਾਲੇ ਸੰਗਤ ਵਿੱਚ ਬੈਠੇ ਹੋ, ਅਸੀਂ ਇਸ ਵਹੀਕਲ ਨੂੰ ਔਰ ਵਹੀਕਲ ਦੇ ਸਵਾਰ ਆਤਮਾ ਨੂੰ ਗੁਰੂ ਕੀ ਸੰਗਤ ਵਿੱਚ ਲੈ ਕੇ ਆਵੀਏ। ਫਿਰ ਇਸ ਸਰੀਰ ਦਾ ਪਾਲਣ ਪੋਸ਼ਣ ਮੁਬਾਰਕ ਹੈ, ਅਦਰਵਾਈਜ਼ ਫਿਰ ਕਿਸੇ ਕੰਮ ਦਾ ਨਹੀਂਗਾ। ਲੋਕ ਜੁੱਤੀ ਗੰਢਾਉਂਦੇ ਨੇ, ਭਾਵ ਸਰੀਰ ਦੇ ਮੋਹ ਵਿੱਚ ਪਏ ਹੋਏ ਨੇ। ਮੈਨੂੰ ਆਪਣੇ ਸਰੀਰ ਨਾਲ ਕੋਈ ਮੋਹ ਨਹੀਂਗਾ, ਇਹ ਬਾਬਾ ਰਵਿਦਾਸ ਜੀ ਕਹਿ ਰਹੇ ਨੇ, ਮੈਂ ਤੇ ਸਿਰਫ ਐਕਸਪਲੇਨ ਕਰ ਰਿਹਾ ਵਾਂ। ਚਮਰਟਾ ਗਾਂਠ ਨਾ ਜਨਈ ਲੋਗ ਗਠਾਵੇਂ ਪਨਹੀ। ਆਮੂਮਨ ਲੋਕ ਆਪਣੇ ਸਰੀਰ ਰੂਪੀ ਜੁੱਤੀ ਨੂੰ ਗੰਢਾਉਂਦੇ ਰਹਿੰਦੇ ਨੇ, ਗਾਂਡੇ ਤੋਪੇ ਲਾਉਂਦੇ ਰਹਿੰਦੇ ਨੇ। ਤੋ ਗਾਂਡੇ ਤੋਪੇ ਲਾਣੇ ਵੀ ਜ਼ਰੂਰੀ ਨੇ। ਗਾਂਡੇ ਤੋਪਿਆਂ ਵਿੱਚ ਖਚਤ ਹੋ ਜਾਣਾ ਗਲਤ ਹੈ। ਸੰਤੁਲਨ ਬਣਾਉਣਾ ਹੈ, ਸਰੀਰ ਨੂੰ ਪਾਲਣ ਪੋਸ਼ਣ ਕਰਨਾ ਹੈ ਤੇ ਇਸ ਸਰੀਰ ਤੋਂ ਕੰਮ ਵੀ ਲੈਣਾ ਹੈ। ਦੁਨਿਆਵੀ ਪੱਖੋਂ ਧਨ ਕਮਾਣਾ ਹੈ, ਸਿੱਖ ਨੂੰ ਕਿਸੇ ਅੱਗੇ ਤਲੀ ਨਾ ਅੱਡਣੀ ਪਏ। ਤੇ ਨਿਰੰਕਾਰੀ ਪੱਖੋਂ ਨਾਮ ਜਪਣਾ ਹੈ ਤਾਂ ਕਿ ਰੇ ਰੇ ਦਰਗਹਿ ਕਹੇ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਉ। ਦਰਗਾਹ ਵਿੱਚ ਵੀ ਆਦਰ ਹੋਵੇ। ਸਿੱਖ ਜਾਏ ਤੇ ਧਰਮਰਾਜ ਉੱਠ ਕੇ ਖੜਾ ਹੋ ਜਾਏ ਤੇ ਮੂੰਹ ਨਾਲ ਆਖੇ, ਧੰਨ ਭਾਗ ਗੁਰਮੁਖੋ, ਅੱਜ ਮੇਰਾ ਵੀ ਭਵਨ ਪਵਿੱਤਰ ਕਰ ਦਿੱਤਾ ਜੇ। ਧਰਮਰਾਜ ਐਸੇ ਚਵੈ, ਜਦੋਂ ਅਸੀਂ ਜਾਈਏ ਤੇ ਧਰਮਰਾਜ ਇਸ ਤਰ੍ਹਾਂ ਆਖੇ, ਐਸੇ ਚਵੈ, ਇਸ ਤਰ੍ਹਾਂ ਆਖੇ। ਕੀ ਆਖੇ? ਕੀਤੋਨ ਭਵਨ ਪਨੀਤ। ਮਹਾਂਪੁਰਖੋ, ਗੁਰਸਿੱਖੋ, ਅੱਜ ਧਰਮਰਾਜ ਦਾ ਵੀ ਭਵਨ ਪਵਿੱਤਰ ਕਰ ਦਿੱਤਾ ਜੇ, ਜੀ ਆਇਆਂ ਨੂੰ। ਅਸੀਂ ਇਸ ਸਰੀਰ ਨਾਲ ਇਦਾਂ ਦੇ ਕੰਮ ਕਰੀਏ, ਇਹਦਾ ਸਦਉਪਯੋਗ ਕਰੀਏ। ਫਿਰ ਮੈਂ ਤੁਹਾਡੀ ਸੁਰਤ ਦਵਾਵਾਂ। ਤਨਾਸਰੀ ਰਾਗ ਦਾ ਭਗਤ ਜੀ ਦਾ ਇਹ ਸ਼ਬਦ ਹੈ। ਆਪ ਜੀ ਕਹਿੰਦੇ ਨੇ ਕਿ ਚਮਰਟਾ ਗਾਂਠ ਨਾ ਜਨਈ ਲੋਗ ਗਠਾਵੇ ਪਨਹੀ। ਮੈਂ ਸਰੀਰ ਨੂੰ ਪੋਸ਼ਣ ਵਿੱਚ ਵਕਤ ਜ਼ਾਇਆ ਨਹੀਂ ਕਰਦਾ, ਲੋੜ ਅਨੁਸਾਰ ਇਹਨੂੰ ਗਿਜ਼ਾ ਡਾਈਟ ਦੇਣਾ ਵਾ, ਪਾਣੀ ਪੀਣਾ ਵਾ, ਭੋਜਨ ਛਕਣਾ ਵਾ, ਆਰਾਮ ਕਰਨਾ ਵਾ, ਇਸ਼ਨਾਨ ਕਰਨਾ ਵਾ, ਪਰ ਹਰ ਵਕਤ ਇਹਦੇ ਆਰ ਚ ਲੱਗਾ ਰਹਾਂ, ਮੈਂ ਇਸ ਤਰ੍ਹਾਂ ਨਹੀਂ ਕਰਦਾ। ਪਰ ਲੋਗ ਗਠਾਵੇਂ ਪਨੀ, ਲੋਕ ਸਰੀਰ ਰੂਪੀ ਜੁੱਤੀ ਨੂੰ ਗੰਢਾਉਣ ਵਿੱਚ ਹੀ ਲੱਗੇ ਰਹਿੰਦੇ ਨੇ। ਕਦੀ ਕਿਸੇ ਵੈਦ ਕੋਲ, ਕਦੀ ਕਿਸੇ ਹੋਰ ਸਪੈਸ਼ਲਿਸਟ ਕੋਲ, ਮੈਨੂੰ ਮੈਨੂ ਬਣਾ ਕੇ ਦਿਓ ਜੀ, ਮੈਂ ਸੋਹਣਾ ਲੱਗਾ, ਮੈਂ ਪਤਲਾ ਹੋ ਜਾ, ਮੈਂ ਇੱਦਾਂ ਦਾ ਲੱਗਾ, ਮੈਂ ਉੱਦਾਂ ਦਾ ਲੱਗਾ। ਇਹਦੇ ਵਿੱਚ ਹੀ ਪੈਸਾ ਜ਼ਾਇਆ ਹੁੰਦਾ ਹੈ, ਵਕਤ ਜ਼ਾਇਆ ਹੁੰਦਾ ਹੈ, ਸਭ ਕੁਝ ਜ਼ਾਇਆ ਹੁੰਦਾ। ਮੈਨੂੰ ਖਿਮਾ ਕਰਨਾ, ਮੈਂ ਨਹੀਂ ਪਰਵਾਹ ਕਰਦਾ। ਸਰੀਰ ਦਾ ਪਾਲਣ ਪੋਸ਼ਣ ਕਰਨਾ ਹੋਰ ਗੱਲ ਹੈ, ਸਰੀਰ ਦੇ ਮੋਹ ਵਿੱਚ ਪੈ ਕੇ ਇੱਕ ਪਾਸੜ ਹੀ ਸਾਰੀ એનર્ਜੀ ਦਾ ਵਹਿਣ ਚਲਾ ਦੇਣਾ, ਉਹ ਹੋਰ ਗੱਲ ਹੈ, ਉਹ ਨਹੀਂ ਕਰਨਾ। ਔਰ ਖਾਸ ਕਰਕੇ ਜਿਹੜਾ ਮੇਲ ਹੈ ਨਾ ਸੰਗਤ ਜੀ, ਮੇਲ ਹੁਣ ਤੇ ਇਸ ਤਰ੍ਹਾਂ ਦਾ ਦੌਰ ਚੱਲ ਗਿਆ। ਪਹਿਲਾਂ ਤੇ ਲੋਕ ਇਸਤਰੀਆਂ ਦਾ ਸੁਹੱਪਣ ਦੇਖਦੇ ਸਨ, ਹੁਣ ਪੁਰਸ਼ਾਂ ਦਾ ਵੀ ਵੇਖਣ ਲੱਗ ਪਏ ਨੇ। ਪੁਰਸ਼ ਦਾ ਸੁਹੱਪਣ ਉਹਦੇ ਗੁਣ ਹੁੰਦੇ ਨੇ ਔਰ ਖਾਸ ਕਰਕੇ ਉਹਦਾ ਸਰੀਰਕ ਬਲ ਹੁੰਦਾ ਹੈ। ਜੋ ਸਰੀਰਕ ਤੌਰ ਤੇ ਬਲਵਾਨ ਹੈ ਤੇ ਉਹੀ ਉਹਦੀ ਸੁੰਦਰਤਾ ਹੈ। ਜੇ ਕੋਈ ਬੱਚਾ ਸੁੰਦਰ ਬਹੁਤ ਹੈ ਪਰ ਸਰੀਰਕ ਤੌਰ ਤੇ ਕਮਜ਼ੋਰ ਹੈ, ਉਹਦੇ ਸਰੀਰ ਦੇ ਵਿੱਚ ਕਿਸੇ ਕਿਸਮ ਦੀ ਔਰ ਹੈ, ਤੇ ਮੈਨੂੰ ਖਿਮਾ ਕਰਨਾ, ਉਹਦਾ ਫੇਸ ਦੇਖ ਕੇ, ਉਹਦੀ ਸਕਿਨ ਦੇਖ ਕੇ ਰਿਸ਼ਤਾ ਤੇ ਕਰ ਦਿੱਤਾ, ਪਰ ਸਾਲ 2 ਸਾਲ ਬਾਅਦ ਰਿਸ਼ਤਾ ਟੁੱਟ ਜਾਂਦਾ, ਨੌਬਤ ਤਲਾਕ ਤੱਕ ਆ ਜਾਂਦੀ ਹੈ। ਮੈਨੂੰ ਡਾਢਾ ਚੇਤਾ ਹੈ ਮੇਰੀ ਇੱਕ ਗੁਸਤਾਖੀ ਦਾ। ਮੈਂ ਪਹਿਲੀ ਵਾਰੀ ਜਦੋਂ ਇੰਗਲੈਂਡ ਗਿਆ ਤੇ ਉੱਥੇ ਸਮੈਥਿਕ ਏਰੀਏ ਦੇ ਵਿੱਚ ਇੱਕ ਭਾਈ ਕੀ ਸਮਾਧ ਵਾਲਾ ਜਿਹੜਾ ਸਥਾਨ ਹੈ ਨਾ, ਨਾਨਕਸਰ ਵਾਲਾ, ਬਾਬਾ ਗੁਰਦੇਵ ਜੀ ਦਾ, ਉਹਨਾਂ ਦੀ ਬ੍ਰਾਂਚ ਹੈ। ਤੇ ਇੱਥੇ ਸਾਡੇ ਕਿਸੇ ਜ਼ਮਾਨੇ ਇੱਕ ਪਹਿਲਵਾਨ ਹੁੰਦੇ ਸਨ, ਗੱਜਣ ਸਿੰਘ ਜੀ। ਉਹ ਵਿਰਾਗ ਦੀ ਚੋਟ ਖਾ ਕੇ ਤੇ ਉਹਨਾਂ ਦੇ ਸਰਦਾਲੂ ਬਣ ਗਏ, ਕੇਸ ਰੱਖ ਲੈ, ਨਾਮ ਬਾਣੀ ਦਾ ਅਭਿਆਸ ਕਰਨ ਲੱਗ ਪਏ। ਜਦੋਂ ਸਮੈਥਿਕ ਬ੍ਰਾਂਚ ਖੋਲੀ ਨਾ ਤੇ ਉਹਨੂੰ ਉੱਥੋਂ ਦਾ ਇੰਚਾਰਜ ਬਣਾ ਕੇ ਭੇਜ ਦਿੱਤਾ, ਬਾਬਾ ਗੱਜਣ ਸਿੰਘ ਨੂੰ। ਤੋਂ ਮੈਂ ਜਿਸ ਵੇਲੇ ਗਿਆ ਤੇ ਹਫ਼ਤਾ ਕੁ ਮੈਨੂੰ ਉੱਥੇ ਰਹਿਣ ਦਾ ਮੌਕਾ ਮਿਲਿਆ, ਸ਼ਾਮ ਦੀ ਕਥਾ ਕਰਿਆ ਕਰਦਾ ਸਾਂ। ਤਾਂ ਇੱਕ ਸ਼ੀਸ਼ਾ, ਆਦਮ ਕੱਦ ਸ਼ੀਸ਼ਾ ਲੱਗਾ ਸੀ। ਮੈਂ ਉੱਥੇ ਪੱਗ ਬੰਨ੍ਹਣੀ ਕਰਨੀ ਤੇ ਕਈ ਵਾਰ
पग बन्नण तो बाद भी कई बार खड़े रहना, ब्रश मारी जाना, पग ठीक करी जानी, वेखी जाना। उन्होंने मैनू कई दिन वेख्या तो एक दिन मैनू कह लगे, जसविंदर सिंह गल सुन, उन्हों का उत्थे आदर बड़ा है। मैं भी चला गया, मैं हथ जोड़ के बह गया, बह जा। मैं क्या बाबा जी दसो। आखन लगे, चलिया अद्धा अद्धा घंटा शीशे सामने खलोता रहना है, तेनू पता मर्द का सुहापन की हुंदा है? मैं क्या बाबा जी मैनू तो नहीं पता। वो कह लगे, मर्द का सुहापन वो शरीरक बल हुंदा है, स्किन नहीं हुंदी, नैन नक्श नहीं हुंदे। तो शरीर नूं गंढण तोपण विच ही शीशे के सामने खड़े रहना। तुझे सुजनता कछु नाहे, पहरावा देखे ऊब जाहे। बाबा रविदास जी आत्मा नूं कहंदे ने, आत्मा तू आदम कद शीशे के सामने खड़ी हो जानी है, तो शरीर रूपी ड्रैस जदों वेहनी है तो हंकार च आ जानी है, तो तेनू अपनी असलीयत का पता नहीं। तू काहे कर बै बावली, जैसे भादों खूंब राज, तू तिसते खरी उतावली। तू ते खुंबा जिन्नी भी तेरी बुनियाद नहीं गी, ते तू हंकार कादा करनी है। अज बाबा जी शरीरक मोह तो सानू ऊपर उठण का उपदेश दे रहे हैं। शरीर का पालन पोषण करना है, खचत नहीं होना, बैलेंस बनाना है, संतुलन बनाना है, इनू कुछ समा देना है। नानक सो प्रभ सिमरिए तिस देही को पाल, पर इनू पालदे ही रवो, पालदे ही रवो, ये तो कम लवो ही ना सेवा सिमरन का, फिर पालन का की फायदा है। पालनी इस करके है भी ये रीढ़ की हड्डी सीधी करके बैठ सके। बड़ा मस्कीन साहब ये बड़ा जोर देंदे सजे। वो कहते सन भी सिमरन जिन्ना मर्जी कर लो, जदों तक तुसी बिल्कुल, क्योंकि जिहड़ी वो क्रिया वापर सैनक क्रिया वापरदी है ना, ਉਹਦੇ वास्ते वो बिल्कुल सीधा होना बड़ा, ਇੱਥੇ सारी गेम है। और ਇੱਥੋਂ ਥੱਲਿਓਂ ਮਣਕੇ, ਪਹਿਲੇ ਮਣਕੇ ਤੋਂ ਕੰਮ ਸ਼ੁਰੂ ਹੋਣਾ ਹੈ। ਇੱਥੇ ਸਾਰਾ ਵਾਸ਼ਨਾਵਾਂ ਨੇ, ਉਹ ਤੇ ਇੱਥੋਂ ਤੱਕ ਕਹਿ ਦਿੰਦੇ ਹੁੰਦੇ ਸਨ, ਹੱਥ ਰੱਖ ਕੇ ਪਹਿਲੇ ਮਣਕੇ ਤੇ ਕਹਿੰਦੇ ਸਨ, ਇੱਥੇ ਕਾਮ ਤੇ ਇੱਥੇ ਨਾਮ, ਇਹਨਾਂ ਨੂੰ ਲਾਈਨ 'ਚ ਕਰੋ ਪਹਿਲਾਂ। ਐਦਾਂ ਨਹੀਂ, ਐਦਾਂ ਨਹੀਂ, ਅਸੀਂ ਜ਼ਿਆਦਾਤਰ ਇਦਾਂ ਹੀ ਕਰਨੇ ਆ ਨਾ। कोशिश करो बई खबरदार होना है। जिवें पंजवें पातशाह कहंदे ना, प्रभ की उस्तत करो संत मीत, सावधान एकाग्रचीत। शरीर करके सावधान बिल्कुल। जे कोई समस्या नहीं दे, किसी को कोई समस्या है उन्होंने खोल है, कोई रोगी है, कोई बहुत बुजुर्ग है, किसी को कोई होर डिस्क वगैरह की प्रॉब्लम है, वो डिफरेंट स्टोरी है, वो ना माइंड करो। बाबा रविदास जी कहते शरीरक मोह तो ऊपर तुसी नहीं उठे, तुसी शरीर रूपी जुत्ती, जुत्ती भी चमड़े की हुंदी है, शरीर भी चमड़ा ही है, तुसी इहनूं गंढदे हो, मैं नहीं गंढदा। कहंदे तुसी मैनूं चमारो, हैगे तुसी चमारो, ऐदां कहंदे हो। मैनूं तुसी गरीब जा चमार कहंदे हो, मैं ते जुत्ती गंढदा ही कोनी गा। चमरटा गांठ ना जणई, लोग गठावें पनी। हुण सुनो अगे, लोग गांठ गांठ खरा बगुचा, हाँ बिन गांठे। बड़े कमाल दे वचन ने संगत जी, बड़े ही सिरे ला दी गल इन्हां सतरां दे विच। ते जे किते सुर ते जोर दे के सुन लो, लोग शरीर रूपी जुत्ती नूं गंढ गंढ के खुआर हो रहे ने। वहीकल है, हुणे हुणे नवी मोटर लिया के 15 20 25 30 50 लाख की खड़ी की है, सर्विस का टाइम भी नहीं होया तां भी 10 दिन दोबारा सर्विस करा देने, रोज पूंजना वा, पर कदी ओहदे ते चढ़ के अपनी मंजिल वाल नहीं गया, वो वेड़े च खड़ी कर दी है विखावे वास्ते। यही हाल साडा है। असी शरीर का पालन पोषण करने विच सारी एनर्जी ला दी, पर इस शरीर तो जो काम लेना सी वो ना लिया, तो फिर बगुचन वाली गल है। लोग शरीर नूं गांढे तोपे ला रहे ने, पूरी प्लेट भर के सलाद दी खानी। मेरा मतलब ये नहीं खानी, शरीर की जिहड़ी रिक्वायरमेंट है, फ्रूट्स है, ड्राई फ्रूट है, सलाद है, दालां ने, सब्जियां ने, होर साजो समान है, वो लेना है, जिस तरह मैडिकल साइंस वाले कहते हैं। पर ये तो काम भी तो लेना है ना। इनू खवाई जाइए खवाई जाइए खवाई जाइए तो काम लईए ही ना, फिर लाभ की है।
ਕੰਮ ਕੀ ਹੈ? ਆਇਓ ਸੁਣਨ ਪੜਨ ਕੋ ਬਾਣੀ। ਤੁਸੀਂ ਜਿਹੜੇ ਜ਼ਿਆਦਾ ਚਿਰ ਬੈਠਦੇ ਹੋ ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ। ਮੈਂ ਤੇ ਬੇਨਤੀ ਕਰਨਾ ਉਹਨਾਂ ਵੀ 5 7 10 ਮਿੰਟਾਂ ਤੋਂ ਸ਼ੁਰੂ ਕਰ ਲਓ। 10 ਮਿੰਟ ਇੰਦਰੀਆਂ ਨੂੰ ਸੰਕੋਚ ਕੇ ਬੈਠ ਜਾਓ। ਇੰਦਰੇ ਸੰਕੋਚਨੇ ਕਿਉਂ ਜ਼ਰੂਰੀ ਨੇ? 9 ਦੁਆਰੇ ਪ੍ਰਗਟ ਕੀਏ 10ਵਾਂ ਕਿਉਂ ਜ਼ਰੂਰੀ ਨੇ ਇੰਦਰੇ ਸੰਕੋਚਨੇ? ਸੰਗਤ ਜੀ, ਕਿਸੇ ਪਿਆਰ ਵਾਲੇ ਨੂੰ, ਫਰੈਂਡ ਨੂੰ ਫੋਨ ਕਰਨਾ ਹੈ, ਰਿਸ਼ਤੇਦਾਰ ਨੂੰ ਫੋਨ ਕਰਨਾ ਹੈ, 9 ਨੰਬਰ ਠੀਕ ਲੱਗ ਜਾਣ, 10ਵਾਂ ਗਲਤ ਲੱਗ ਜਾਏ, ਫੋਨ ਹੋਰ ਕਿਤੇ ਚਲਾ ਜਾਂਦਾ ਹੈ। ਇਸ ਲਈ ਸਾਰੇ ਇੰਦਰੇ ਕਾਬੂ 'ਚ ਰੱਖਣੇ ਨੇ। ਇੱਕ ਵੀ ਨੰਬਰ ਗਲਤ ਹੋ ਜਾਏ, ਫੋਨ ਹੋਰ ਜਗ੍ਹਾ ਤੇ ਚਲਾ। ਅਗਲੇ ਸ਼ੱਕ ਕਰਦੇ ਨੇ, ਕਿਉਂ ਤੁਸੀਂ ਸਾਡੇ ਘਰ ਫੋਨ ਕੀਤਾ ਜੀ? ਕੌਣ ਹੋ ਤੁਸੀਂ? ਤੁਹਾਡੀ ਕੰਪਲੇਂਟ ਕਰਨੇ ਆ ਪੁਲਿਸ ਨੂੰ। ਕਈ ਵਾਰ ਇਦਾਂ ਦੀ ਨੌਬਤ ਵੀ ਆ ਜਾਂਦੀ ਹੈ। ਮਾੜਾ ਜਿਹਾ ਗਲਤ ਟੱਚ ਹੋ ਗਿਆ ਨਾ ਟੱਚ ਸਕਰੀਨ ਤੇ, ਅਗਲਾ ਡਾਊਟ ਵੀ ਕਰਦਾ, ਤੁਸੀਂ ਕੌਣ ਹੋ ਜੀ? ਕਿਉਂ ਕਰਦੇ ਹੋ ਸਾਡੇ ਘਰ ਫੋਨ ਜੀ? ਇੱਕ ਨੰਬਰ ਗਲਤ ਲੱਗ ਜਾਏ, 9 ਨੰਬਰ ਠੀਕ ਹੋਣ ਤੇ ਸਹੀ ਜਗ੍ਹਾ ਤੇ ਤੁਹਾਡੀ ਕਾਲ ਨਹੀਂ ਜਾਂਦੀ। ਇਸ ਲਈ ਸਾਰੇ ਇੰਦਰੀਆਂ ਨੂੰ ਸੰਕੋਚਣਾ। ਇੱਕ ਗੱਲ ਤੇ 10 ਮਿੰਟ ਜ਼ਰੂਰ ਜਪਣਾ। ਕਿਉਂ ਜੀ? ਭਾਈ ਜੇ 24 ਘੰਟੇ ਫੋਨ ਨੂੰ ਯੂਜ਼ ਕਰੋਗੇ, 10 ਮਿੰਟ ਵੀ ਬੈਟਰੀ ਚਾਰਜ ਨਹੀਂ ਕਰੋਗੇ ਤੇ ਪਰਿਵਾਰ ਨਾਲ ਸੰਪਰਕ ਕਿਵੇਂ ਰਹੇਗਾ? ਕਮ ਸੇ ਕਮ 10 ਮਿੰਟ ਤੇ ਆਤਮਾ ਨੂੰ ਚਾਰਜ ਕਰ ਲਓ ਤਾਂ ਕਿ ਤੁਹਾਡਾ ਕੰਟੈਕਟ ਬਣਿਆ ਰਹੇ, ਕੰਟੈਕਟ ਹੀ ਨਾ ਟੁੱਟ ਜਾਏ। ਜ਼ਿਆਦਾ ਕਰੋ, ਅੱਧਾ ਘੰਟਾ ਚਾਰਜ ਕਰ ਲਓ, ਘੰਟਾ ਕਰ ਲਓ, ਪਰ ਜ਼ਿਆਦਾ ਨਹੀਂ, 10 ਮਿੰਟ ਤੇ ਕਰੋ। ਕਮ ਸੇ ਕਮ ਤੁਸੀਂ ਇਹ ਤੇ ਕਹਿ ਸਕੋ ਵੀ ਦੇਰ ਹੋ ਗਈ ਹੈ, ਗਾਹਕ ਆ ਗਏ ਨੇ ਦੁਕਾਨ ਤੇ, ਮੈਂ ਆਵਾਂਗਾ, ਤੁਸੀਂ ਟੈਨਸ਼ਨ ਨਾ ਕਰਿਓ, ਘੰਟਾ ਕੁ ਵਧੇਰਾ ਲੱਗ ਜਾਣਾ। ਘਰ ਦੇ ਰਿਲੈਕਸ ਹੋ ਜਾਣਗੇ। ਤੇ ਬੈਟਰੀ ਤੇਰੀ ਖਤਮ ਹੋ ਗਈ ਏ, ਉਹ ਉੱਥੇ ਫਿਕਰ ਵਿੱਚ ਬੈਠੇ ਨੇ, ਤੂੰ ਇੱਥੇ ਫਿਕਰ ਵਿੱਚ ਬੈਠਾ। ਇਸ ਲਈ 10 ਮਿੰਟ ਚਾਰਜ ਕਰ ਲੈਣੀ ਚਾਹੀਦੀ। ਜ਼ਿਆਦਾ ਕਰ ਲਓ ਪਰ ਮਿਨੀਮਮ ਇੰਨੀ ਕੁ ਜ਼ਰੂਰ ਕਰਨੀ ਚਾਹੀਦੀ। ਇੰਦਰੀਆਂ ਨੂੰ ਜ਼ਰੂਰ ਸੰਕੋਚਣਾ ਚਾਹੀਦਾ। ਸਾਡੇ ਤੇ ਸਾਰੇ ਹੀ ਨੰਬਰ ਗਲਤ ਟੱਚ ਹੋ ਜਾਂਦੇ ਨੇ। ਉੱਥੇ ਤੇ ਇੱਕ ਗਲਤ ਹੋ ਜਾਏ ਤੇ ਹੋਰ ਥਾਂ ਤੇ ਫੋਨ ਚਲਾ ਜਾਂਦਾ ਨਾ। ਸਾਡੇ ਤੇ ਦੋਵੇਂ ਕੰਨ ਗਲਤ, ਦੋਵੇਂ ਅੱਖਾਂ ਗਲਤ, ਦੋਵੇਂ ਨਾਸਕਾ ਗਲਤ, ਰਸਨਾ ਗਲਤ, ਤਵਚਾ ਗਲਤ, ਗੁਪਤਾਂਗ ਗਲਤ, ਗੁੱਦਾ ਗਲਤ, ਸਭ ਗਲਤ ਹੀ ਗਲਤ। ਤੇ ਸਹੀ ਜਗ੍ਹਾ ਤੇ ਟ੍ਰੇਨ ਕਿਵੇਂ ਹੋਵੇਗੀ? ਤੂੰ ਕੌਣ ਰੇ? ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨ। ਉਹ ਗੱਲ ਤੇ ਤਾਂ ਬਣੇਗੀ ਸਾਰੇ ਨੰਬਰ ਸਹੀ ਲੱਗਣਗੇ। ਤੇ ਲੋਕ ਗੰਠ ਸਰੀਰ ਰੂਪੀ ਜੁੱਤੀ ਨੂੰ ਗਾਂਡੇ ਤੋਪੇ ਲਾ ਲਾ ਕੇ ਖਰਾ ਬਗੁੱਚਾ ਖਵਾਰ ਹੋ ਰਹੇ ਨੇ। ਤੇ ਤੁਸੀਂ ਜੀ ਰਵਿਦਾਸ ਜੀ ਕਹਿਣ ਲੱਗੇ, ਹਾਂ ਬਿਨ ਗਾਂਠੇ ਜਾਏ ਪਹੁੰਚਾ। ਕਿੱਡੀ ਕਮਾਲ ਦੀ ਗੱਲ ਹੈ। ਮੈਂ ਕਦੀ ਸਰੀਰ ਰੂਪੀ ਜੁੱਤੀ ਨੂੰ ਗਾਂਡੇ ਨਹੀਂ ਲਾਏ। ਰੁੱਖਾ ਮਿੱਸਾ ਖਾਨਾ ਵਾ ਤੇ ਮੈਂ ਜੁੱਤੀਆਂ ਗੰਢਣ ਬਹਿ ਜਾਣਾ ਵਾ, ਵੈਗਰੂ ਵੈਗਰੂ ਕਰਦਾ ਰਹਿਣਾ ਵਾ। ਮੈਂ ਜਿਉਂਦੇ ਜੀ ਉੱਥੇ ਪਹੁੰਚ ਜਾਣਾ ਜਿੱਥੇ ਮੈਨੂੰ ਪਹੁੰਚਣਾ ਚਾਹੀਦਾ ਸੀ। ਮੈਂ ਪਹੁੰਚ ਗਿਆ ਵਾਂ। ਹਾਂ ਬਿਨ ਗਾਂਠੇ ਜਾਏ ਪਹੁੰਚਾ, ਮੈਂ ਪਹੁੰਚ ਗਿਆ ਵਾਂ। ਇਹ ਥੋੜਾ ਜਿਹਾ ਫਰਕ ਨਾਲ ਸ਼ਬਦ ਹੋਰ ਵੀ ਆਉਂਦਾ, ਘਰ ਘਰ ਇਹੋ ਪਹੁੰਚਾ। ਉਹ ਹੌਲੀ ਹੌਲੀ ਸਾਡੇ ਨਾ ਪੰਜਾਬੀਆਂ ਦੇ ਵਿੱਚ, ਖਾਸ ਕਰਕੇ ਲਹਿੰਦੇ ਪੰਜਾਬ 'ਚ ਉਹ ਮਿਲਦੇ ਰਹਿੰਦੇ ਨੇ। ਜਦੋਂ ਬਾਹਰ ਜਾਈਦਾ, ਲਹਿੰਦੇ ਪੰਜਾਬ ਦੇ ਜਿਹੜੇ ਇਸਲਾਮੀ ਵੀਰ ਨੇ, ਪੰਜਾਬੀ ਬੋਲਦੇ ਨੇ, ਬੜੀ ਸੋਹਣੀ ਪੰਜਾਬੀ ਬੋਲਦੇ ਨੇ। ਤੇ ਪੋਚਾ ਸ਼ਬਦ ਪ੍ਰਚਲਿਤ ਹੋ ਗਿਆ। ਫਲਾਣੇ ਦੇ ਘਰ ਅੱਜ ਪੋਚਾ ਆਇਆ, ਪੱਪੇ ਦਾ ਪੱਬਾ ਬਣ ਗਿਆ। ਤੋ ਪਹੁੰਚਾ, ਪਹੁੰਚ। ਪੱਤਰਕਾ ਲਿਖਣੀ ਹੈ ਲੜਕੀ ਵਾਲੇ ਨੇ। ਪਰੰਪਰਾ ਇਹ ਹੁੰਦੀ ਸੀ। ਹੁਣ ਤੇ ਦੋਵੇਂ ਧਿਰਾਂ ਕਾਰਡ ਛਪਾ ਲੈਂਦੇ ਨਾ, ਚੰਗੀ ਗੱਲ ਏ। ਲੜਕੀ ਦਾ ਪਿਤਾ ਇੱਕ ਲੈਟਰ ਲਿਖਦਾ ਸੀ ਤੇ ਲੜਕੇ ਦੇ ਪਿਤਾ ਨੂੰ ਮੁਖਾਤਬ ਹੋ ਕੇ ਕਹਿੰਦਾ ਸੀ ਬਈ ਫਲਾਂ ਜਗ੍ਹਾ ਤੇ ਫਲਾਂ ਦਿਨ ਫਲਾਂ ਤਰੀਕ ਫਲਾਂ ਵਜੇ ਲੜਕੇ ਨੂੰ ਲੈ ਕੇ, ਇਹ ਸ਼ਬਦ ਵਿੱਚ ਮੈਂਸ਼ਨ ਹੁੰਦਾ ਸੀ, ਤੇ ਤੁਸੀਂ ਉੱਥੇ ਵਿਆਹ ਕਰਨ ਵਾਸਤੇ ਆਵੋ, ਸਾਡੇ ਵੱਲੋਂ ਪੂਰੀ ਤਿਆਰੀ ਹੋਵੇਗੀ। ਇਸ ਚਿੱਠੀ ਦੇ ਨਾਲ ਕੁਝ ਹੋਰ ਸਗਨ ਸਵਾਰਥ ਵਾਲਾ ਸਮਾਨ ਹੁੰਦਾ ਸੀ, ਲਾਗੀ ਲੈ ਕੇ ਜਾਂਦਾ ਸੀ। ਆਮ ਤੌਰ ਤੇ ਨਾਈ ਭਾਈਚਾਰਾ ਇਹ ਸੇਵਾ ਨਿਭਾਉਂਦਾ ਸੀ। ਤੋ ਜਦੋਂ ਉਹਨੇ ਆਉਣਾ, ਤਿਆਰੀ ਪਹਿਲਾਂ ਤੋਂ ਹੁੰਦੀ ਸੀ, ਤੇ ਫਿਰ ਡੰਕਾ ਵੱਜ ਜਾਣਾ ਵੀ ਫਲਾਣੇ ਦੇ ਘਰ ਪੋਚਾ ਆ ਗਿਆ, ਪੋਚਾ ਆ ਗਿਆ। ਪਹੁੰਚਾ, ਪਹੁੰਚ। ਮੰਡੀ ਬੋਰਡ ਵਾਲੇ ਜਿਹੜੇ ਸਾਈਨ ਬੋਰਡ ਲਾਉਂਦੇ ਨੇ ਨਾ, ਉਹ ਹੁਣ ਵੀ ਲਿਖਦੇ ਨੇ ਪਹੁੰਚ ਮਾਰਗ, ਅੱਗੇ ਨਗਰ ਦਾ ਨਾਮ ਲਿਖਿਆ ਹੁੰਦਾ। ਪਹੁੰਚ ਫਲਾਣਾ ਪਿੰਡ, ਥੱਲੇ ਡਿਸਟੈਂਸ ਲਿਖੀ ਹੁੰਦੀ। ਉਹ
जिस तरह घर दे विच पहोचा हुंदा है ना, जिन्हों पोचा कहने आ, इस तरह भाई ये सम्मन SUMMON सम्मन, तुसी इनसाइक्लोपीडिया ते जां डिक्शनरी विच देखो, ये सम्मन की स्पैलिंग है। सम्मन मीन सद्दा, जुडिशली सम्मन भेजदी है बई फलाने मामले दे विच तुहाडे खिलाफ कंप्लेंट है, एप्लीकेशन है, तो तुहानूं असीं सम्मन भेज रहे हैं, तुसीं अपना पक्ष आके रखो, तुसीं इहदे बारे की कहना चाहुंदे हो, कि इन्हां दा एलीगेशन ठीक है जां गलत एलीगेशन है, अपनी सफाई दिओ। हजूर कहंदे ने इस तरह हर घर विच सम्मन आ रहे ने दरगाह चों, इहनूं गुरबाणी सद भी कहा गया, सदे आ रहे ने बई तेरा समा पूरा हो गया, चल हुण तेनू तलब कीता निरंकार ने। खैर मैं फिर उधर सुरत लियावां, आप जी कहंदे ने आर नहीं जे तोपो नहीं रांबी ठाओ रोपो। इन्हां कोल ना एक आर हुंदी है संगत जी, ते एक धागा भी हुंदा सिउण वास्ते, डोर कह लो, ते एक रंबी हुंदी है थोड़ी जी डिफरेंट किस्म दी, ਉਹਦੇ ਨਾਲ ਚਮੜੇ ਨੂੰ ਜਿਤਨੀ ਕੋ ਦੀ ਮਟਾਈ ਚਾਹੀਦੀ ਹੈ, ਜੇ ਜ਼ਿਆਦਾ ਹੈ ਤੇ ਉਹਨੂੰ ਥੋੜਾ ਜਿਹਾ ਛਿੱਲ ਕੇ ਉਹਨੂੰ ਬਰੀਕ ਕੀਤਾ ਜਾਂਦਾ। ਇਹ ਔਜ਼ਾਰ ਨੇ ਮੋਚੀ ਦੇ, ਰੰਬੀ, ਆਰ, ਧਾਗਾ ਇਤਿਆਦ। ਆਪ ਜੀ ਕਹਿੰਦੇ ਨੇ ਮੇਰੇ ਕੋਲ ਕੁਛ ਨਹੀਂਗਾ, ਮੇਰੇ ਕੋਲ ਉਹ ਥਾਂ ਹੀ ਕੋਨੀਗਾ ਜਿੱਥੋਂ ਜੁੱਤੀ ਟੁੱਟੀ ਹੋਈ ਹੈ ਤੇ ਗੰਢਣੀ ਹੈ। जुत्तियां टुट जांदियां, लोग मोचियां कोलों गंढांदे सन, रिपेयर करांदे सन, मुरम्मत करांदे सन। और बाबा जी दा वेखो कटाक्ष कितना कमाल दा है। असीं भी डॉक्टर रूपी मोची कोल जाने आ, वो फिर कहंदा भी पेट चाक करना पेगा, पत्थरी बहुत वड्डी है। वो फिर बाहर कढ़ के ते जिवें जुत्ती मोची सिउंदा है ना, फिर पेट नूं सिउं दिंदा। फिर जुत्ती नहीं तो होर की है, वो भी चमड़ा, ये भी चमड़ा, ओनू भी त्रोपे, इनू भी त्रोपे, ओदी भी मुरम्मत, एदी भी मुरम्मत, ते फिर जुत्ती ही होई ना, मैनू खिमा करना। कई सदियां पहला उन्हां दी फिलासफी वेखो किड्डे कमाल दी है। संगत जी चिक्कड़ दा फुल, खिमा करना, कमल दा फुल चिक्कड़ विच ही खिड़दा है। जितनी मर्जी कोशिश कर लो बई कौल फुल उगाना है, जमीन साफ सुथरी वाह बना के है, घाह फूस चुन के लिफाफे लफू बिल्कुल जमीन चो खुशबू आवे, मैं कौल फुल उगाना, नहीं उगेगा। जदों भी उगेगा चिक्कड़ विच ही उगेगा। कदी कदी इस तरह के कौल फुल जिन्होंने लोग चिक्कड़ समझते ना, नीवें समझते, गरीब समझते, एक कौल फुल उत्थे खिड़ पैंदे ने, फिर सारी कायनात नूं वो खुशबू वंडते हैं, जिस तरह बाबा जी ने वंडी। मेरे कोल कोई आर नहीं जिहदे नाल मैं जुत्ती गंडा तोपों त्रोपा लावां, टुट्टी हुई थां दे उत्ते मैं टाकी इत्यादि लावां। भाव शरीर दा मोह मेरे विच नहीं है, सेंस है, मेरे शरीर दा कोई मोह नहीं है। जिन्हां विच शरीर दा मोह हुंदा है संगत जी, वो सच नहीं कह सकते, उन्होंने डर लगता मैनू कोई मार देगा। पर आप जी जदों असीं भगतां दा जीवन पढ़ने आ जी, जदों ब्राह्मण दा राज सी इस देश दे उत्ते, नहीं की संगत जी, सच सुनाए सी सच की बेला, मगरों सच कहने दा की फायदा। वक्त सिर सच कहना चाहिए। कैद कर लो, जेल च लै जाओ, लै चलो, कोई गल नहीं, पर मैं तेनू जाबर कहांगा क्योंकि तू जाबर है, ये सच है। और मैं मौके ते गल कहण विच विश्वास रखना, मगरों कहण दा की फायदा है। तो ये दलेरी बाबा रविदास जी आ जा सकता है।
आर नहीं जे तोपों नहीं रांबी ठाऊं रोपों लोग गंठ गंठ खरा बिगुच्चा। शरीर रूपी जुत्ती नूं गांडे ला ला के लोग वगुच रहे ने। मैं शरीर दी कोई फिक्र नहीं कीती, शरीर दा कोई मोह नहीं। पिछे जे एक इतिहास विच कथा आई है, महाराज इधरों विचरदे 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 अगां गुरु सर दे लागे चागे विचर रहे ने, ते एक बहुत पुराना ऋषि उहदे नाल कुछ सिख ने। वो कहने लगा भी गुरु कैसा है, आरबला किन्नी कु है? वो कहने लगे जी 30 तो 40 साल दे विचकार आरबला होएगी। वो कहने लगा फिर वो काहदा गुरु है? 30-40 साल का कोई गुरु हुंदा है? ते समा पा के ओहदे चेले उधर किरे विचरदे गुरु साहब कोल चले गए, ते आख लगे जी ये फलाने दरवेश दे चेले ने। ते महाराज आख लगे हाँ बई ओनू ते 5000 ते 150 साल अपनी उम्र दे उत्ते बड़ा मान है, 5120 साल की उम्र ते बड़ा मान है। उन्होंने आके दसिया भी महाराज वो जिन्हों तुसीं कहंदे हो भी 30 सालों का तो गुरु नहीं हो सकता, वो तो तुहाडा सारा कच्चा चिट्ठा लई फिरदा। प्रभावित होया, दर्शन करन गया, आखन लगा जी इन्नी छोटी आरबला विच एडी उच्ची अवस्था। हजूर चुप कर रहे। महाराज ने उत्थे एक बचन कहा सी, बई तेनू शौक होवेगा पुराना गोदड़ा संभालण दा, सानू ते शौक को नहींगा। संगत जी ये जदों शरीर खुशदा मनुख दुखी ते हुंदा है, पर एक कौड़ी सच्चाई है भी जिस तरह का एक उस तरह का साडे तुहाडे कोल नहीं। जिन्हें अज ही एजेंसी चों नवी मोटर कढ़ा के लियांदी है, जे किसी को 10 साल पुरानी मोटर है उसका किवें मुकाबला करेगी? गल सानू समझ में नहीं आउंदी। कन्ना तो सुनना फिर जन्म दे देना, पर एक नवे नवेले या वहीकल ते बैठ के दे के पुराने का की करना, इनू छड्ड खड़ा होने का, पर असीं उहनूं पकड़ के बैठ जाने। शरीर नाल भी मोह हो जाता। महाराज कह लगे तू पुराना गोदड़ा संभाल के बैठा, सानू गोदड़े संभालने का कोई शौक नहीं। मैं तो 42 कुछ साल दे ते हूंटे लवांगा, फिर अपनी इच्छा नाल इहनूं त्याग देंगा। संगत जी दो तरह के लोग ने, एक जिहड़े अपनी इच्छा नाल जन्म लैंदे ने, इच्छा नाल शरीर त्यागदे ने, एक जिहड़े बद्धे आउंदे ने ते बद्धे ही जांदे ने। असीं तुसीं मर्जी नाल नहीं आए। साडे ते पंक्ति लागू हुंदी है, जोर ना जीवन मरण ना जोर। ये धरती एक कैद खाना है, ਇਹਦੇ ਵਿੱਚ ਜਿਹੜਾ आ जाए जिन्ना चिर कैद पूरी ना होवे उन्ना चिर ਉਹਨੂੰ रिहाई नहीं हुंदी। कोई जेल दे दरवाजे ते जाके संतरी नूं कहे संतरी जी 2 कुछ साल जेल च रहण दा इरादा है, जरा दरवाजा खोलो खां, तो कहेगा नहीं भी मेरे अधिकार खेतर च नहीं। किहदे अधिकार खेतर च? ये तो जुडिशली भेजदी है, जज साहब भेजते हैं। जज साहब क्यों भेजते हैं? तो फिर वो दसदा भी पहला पंगा लैना पैंदा, फिर पुलिस पकड़दी है, FIR लॉन्च करदी है, ट्रायल चलदा, फिर भेजते हैं। उंज नहीं, हुण भेज दिता, हुण कैद हो गई 2 साल की। फॉर एग्जाम्पल साल कट के कहे जी मैं बाहर जाना है, वो कहते भी तेरे प्यो का राज है बाहर जाना है, 2 साल पूरी कर फिर बाहर जाएगा। ना जेल विच कोई मर्जी नाल जा सकता है, ना जेल चो बाहर कोई मर्जी नाल आ सकता है, पर आ सकता है, जा भी सकता है। कौन? जेलर। जदों जेलर का वहीकल आवेगा दरवाजे खुल जाएंगे और सल्यूट वास्ते संतरियां दे हत्थ इत्थे आ जाएंगे। जदों मर्जी आवे, जदों मर्जी जाए। गुरमुख आवे जाए निशंग। गुरमुख मौज नाल शरीर धारण करता है, मौज नाल शरीर त्याग देंदा है। वो बंदश विच नहीं है। असी बद्धे आए हैं, बद्धे ही इत्थों जाना है। तो हजूर फरमान कर रहे ने, लोग गंठ गंठ खरा बिगूचा। शरीर रूपी जुत्ती नूं गांडे तोपे ला ला के
लोग खज्जल हो रहे ने। फिर बेनती करदे हां शरीर का पालन पोषण करना है, क्योंकि हुंदा की है, मैं भी कई बार यूट्यूब ते इधर उधर देखना वा, विचारवान विचारां करदे ने। मैनू ये मेरा हंकार ना समझिओ भी मैं अपने आप नूं सब तो श्रोमणी समझना वा, पर मैनू ये कहण च कोई संकोच नहीं। 80% साडी कौम च इस तरह के अनाड़ी विचारवान ने, उन्होंने पता ही नहीं हुंदा शब्द का आइडिया की है। ठीक है भी गुरबाणी कहती है ये जग सच्चे की है, कोठड़ी सच्चे का विच वास, पर गुरबाणी ये भी कहती है कूड़ राजा कूड़ प्रजा कूड़। इनू तू किदां एक्सप्लेन करना है, ये तू सिख ना पहला। हुण तू ये जग सच्चे की है कोठड़ी नू इन्ना प्रचंड कर दिता भी वो पंक्तियां तू भुल गया तो सब कुछ अनबैलेंस हो जाएगा। ਇਹਦੇ ਲਈ कोई पंफलेट पढ़ के गल नहीं बनती। सारे गुरु ग्रंथ साहब का एक वड्डियों अध्ययन करना पैंदा है, और सारे गुरु ग्रंथ साहब नूं सामने रख के तुसीं विचार करोगे तो फिर तुहाडे मूँह चों सही मैसेज जाएगा, अदरवाइज अनर्थ हो जाएगा। बहुत वारी अनर्थ हुंदा है, वड्डियां वड्डियां कौमी फशीलां दे उत्तों अनर्थ हुंदा है। और मैं हैरान रह जाना वा, बिठाण वालियां दे भी, सिलेक्ट करने वालियां दे भी हैरान रह जाना भी की कुछ चल रहा है। इस कौम का तो रब ही राखा है, पता ही को नहीं आइडिया की है, मैसेज की देना है। वाह हयात बोली जा रहा, बोली जा रहा, बोली तुरया जा रहा, पता ही को नहीं गा। उच्ची 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 उच्ची। तो लोड़ है इस पासे ध्यान देने की। शरीर का पालन पोषण करन तो बाबा जी नहीं रोकते, पर वो कहते ने जिस प्रयोजन लिए पालन पोषण करना, प्रयोजन तो पूरा करना। शरीर तो कम ले भई प्रापत मानुख दे हुरिया, गोबिंद मिलन की ये दुलभ जन्म है, ਇਹਦੇ ਨਾਲ ਇਹਦਾ ਲਾਹਾ ਲੈ, ਜੇ नहीं तो फिर भाई अनर्थ है। मैं शरीर रूपी जुत्ती दे आर पार विच वक्त जाया नहीं करता, मैं थोड़ा बहुता इनू छकाना वा, बाकी समा मैं किरत करना वा ते नाम जपना वा। भाव मैं इनू गंढण विच ज्यादा टेंशन नहीं लेनी। हाँ बिन गांठे जाए पहुंचा, मैं पहुंच गया वा। रविदास जपै राम नामा, लोकां दी एनर्जी एक पासड़ हो गई, वैन एक पासड़ हो गया, पर मैं ਇਹਦੀ परवरिश भी करना, किरत भी करना, ते मैं नाम भी जपना वा। इसलिए मैं हुण निशंग होके कहना वा, मोहे जम स्यो नाही। एक होर थां ते कहंदे ने उरवार पार के दानियां लिख लियो आल पताल, इत्थे ते कहंदे ना मोहे जम स्यो नाही काम, उत्थे कहंदे ने उरवार पार के दानियां। दानियां दे इत्थे अर्थ दान करन वाला नहीं, ये भी मर्ज करदे आ। की अर्थ ने इधर ते उधर दे लोगां दे सारियां गल्लां जानन वाले। चित्रगुप्तो लिख लियो आल पताल, मेरे बारे जो ऊल जलूल तुसा लिखना लिख लो, मैनू तुहाडा कोई डर नहीं। वो कहते तेनू डर क्यों नहीं? तो बाबा जी बड़े गढ़स नाल कहंदे मोहे जम डंड ना लगई, तजी ले सरब जंजाल। मैनू तुसी कोई भी दंड कोई भी पनिशमेंट नहीं दे सकते, क्योंकि मैं सारे जंजाल छड्ड दिते ने। मैं धर्म की किरत करना, नाम जपना वा, मैं कोई इस तरह का काम नहीं करता जिहदे करके मैनू तुहाडे तो डरना पवे। रब के सुत को तिन त्रास कहां, जो चरण गुरु चित लावत है। रब सूरज, सुत पुत्र, कौन है सूरज का पुत्र? धर्मराज मिथ कहती है, मिथ अनुसार धर्मराज सूरज का पुत्र है। ते हजूर बाणी च कहंदे ने रब के सुत को, सूरज दे पुत्र धर्मराज दी त्रास कहां, डर किनू है? ओनू कोई डर नहीं धर्मराज दा। किनू? जो चरण गुरु चित लावत है, जेड़े गुरु दे चरनां च सुरत जोड़ते ने, भाई उन्हां नूं धर्मराज दा भी कोई डर नहीं गा। बाबा जी समुचे शब्द विच जो बख्शिश करते ने संगत जी, शरीर मोह जिहड़ा है वो मनुख नूं खुआर करदा है। शरीर नूं पालना है ताकि तो काम लिया जा सके, किरत की जा सके, नाम जपिया जा सके, पर सिर्फ शरीर के मोह दे विच खचत हो जाना तो जो ये तो काम लेना है वो ना लिया जाए, फिर मनुख खुआर हुंदा है। इस वास्ते शरीरक मोह तो सिख ने ऊपर उठना, यह सानू अज उपदेश बख्शिश किया है। सो संगत जी समा समाप्त है, इस वास्ते मैं विचारां नूं इत्थे विराम देण दी
ਆਪ ਜੀ ਤੋਂ ਆਗਿਆ ਚਾਹਾਂਗਾ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਵਾਸਤੇ ਖਿਮਾ ਦਾ ਵੀ ਜਾਚਕ ਹਾਂ। ਸੋ ਆਓ, ਬਹੁਤ ਬਹੁਤ ਮੈਂ ਇੱਕ ਵਾਰੀ ਫਿਰ ਫਤਿਹ ਦੀ ਸਾਂਝ ਕਰਨ ਤੋਂ ਪਹਿਲਾਂ ਆਪ ਜੀ ਦਾ ਧੰਨਵਾਦ ਕਰਾਂਗਾ। ਵਜ੍ਹਾ ਬਹੁਤ ਹੀ ਸੁੰਦਰ ਵਾਤਾਵਰਨ, ਬਿਲਕੁਲ ਪਿਨ ਡ੍ਰੌਪ ਸਾਇਲੈਂਟ, ਇਕਾਗਰਤਾ, ਅਸੀਸ ਰੂਪ ਦੇ ਵਿੱਚ ਆਪ ਜੀ ਬਖਸ਼ਿਸ਼ ਕਰਦੇ ਹੋ। ਗੁਰੂ ਕਿਰਪਾ ਕਰਦਾ ਤਾਂ ਦੋ ਬੋਲ ਕਹੇ ਜਾਂਦੇ ਨੇ, ਮੇਰੀ ਕੋਈ ਸਮਰੱਥਾ ਨਹੀਂ, ਇਹ ਆਪ ਜੀ ਦੀ ਅਸੀਸ ਹੈ। ਬਹੁਤ 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 ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।